ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਰਾਣੂ ਹੋਮਿਓ ਹੈਲਥ ਸੈਂਟਰ ਰਾਏਕੋਟ, a memorial of Dr. Sajan Singh Ranu, a unit of kidney, spine and all general disease। ਸਾਡੀ ਟੀਮ ਨੇ ਡਾਕਟਰ ਇੰਦਰਜੀਤ ਕੌਰ ਜੀ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਰਾਣੂ ਹੋਮਿਓ ਹੈਲਥ ਸੈਂਟਰ ਬਾਰੇ ਜਾਣਕਾਰੀ ਦਿੱਤੀ। ਰਾਣੂ ਹੋਮਿਓ ਹੈਲਥ ਸੈਂਟਰ ਵੱਲੋਂ ਚੰਡੀਗੜ੍ਹ ਤੇ ਲੁਧਿਆਣਾ ਵਿਖੇ ਵੀ ਆਪਣੀਆਂ ਸੇਵਾਵਾਂ ਚੱਲ ਰਹੀਆਂ ਨੇ ਤੇ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਰਾਣੂ ਹੋਮਿਓ ਹੈਲਥ ਸੈਂਟਰ ਵੱਲੋਂ ਆਪਣੀਆਂ ਸੇਵਾਵਾਂ ਬਹੁਤ ਵਧੀਆ ਢੰਗ ਨਾਲ ਦਿੱਤੀਆਂ ਗਈਆਂ। ਆਓ ਕਰਦੇ ਹਾਂ ਗੱਲਬਾਤ ਡਾਕਟਰ ਇੰਦਰਜੀਤ ਕੌਰ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਹੋਮੋਪੈਥੀ ਦੇ ਐਸੇ ਬ੍ਰਾਂਡ ਜਿਨ੍ਹਾਂ ਨੇ ਹੋਮੋਪੈਥੀ ਨੂੰ ਹਜ਼ਾਰਾਂ ਲੋਕਾਂ ਦੀ ਜਿਹੜੀ ਹੈਗੀ ਆ ਸਵਸਥ ਕਰਨ ਦੇ ਵਿੱਚ ਸਹਾਇਤਾ ਕੀਤੀ ਹੈਗੀ ਆ। ਸਾਡੀ ਮੁਰਾਦ ਆ ਰਾਣੂ ਹੋਮੋਪੈਥੀ ਜਿਹੜਾ ਹੋਮਿਓ ਕੇਅਰ ਸੈਂਟਰ ਹੈਗਾ ਰਾਏਕੋਟ, ਇਹਨਾਂ ਦੇ ਚੰਡੀਗੜ੍ਹ ਵੀ ਸੇਵਾਵਾਂ ਚੱਲ ਰਹੀਆਂ ਨੇ, ਲੁਧਿਆਣਾ ਵੀ ਸੇਵਾਵਾਂ ਚੱਲ ਰਹੀਆਂ ਨੇ। ਬਹੁਤ ਵੱਡਾ ਨੈਟਵਰਕ ਇਹਨਾਂ ਨੇ ਦਿੱਤਾ ਹੈਗਾ ਔਰ ਕੋਵਿਡ-19 ਦੇ ਐਪੀਡੈਮਿਕ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਨੂੰ ਜ਼ਿੰਦਗੀ ਦੇਣ ਵਾਲਾ ਇਹ ਪਰਿਵਾਰ ਹੈ ਔਰ ਬਹੁਤ ਸਾਰੇ ਪੇਸ਼ੈਂਟਸ ਨੂੰ, ਸ਼ੂਗਰ ਵਾਲਿਆਂ ਨੂੰ, ਜਿਹੜੇ ਪ੍ਰੀ ਡਾਇਬਟਿਕ ਪੇਸ਼ੈਂਟ ਸੀਗੇ, ਉਹਨਾਂ ਨੂੰ ਇਹਨਾਂ ਨੇ ਵਿਦਆਊਟ ਮੈਡੀਸਨ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਹੋਮਿਓਪੈਥੀ ਦੀ ਮੈਡੀਸਨ ਦੇ ਨਾਲ ਇੱਕ ਜ਼ਿੰਦਗੀ ਦਿੱਤੀ ਹੈਗੀ ਆ। ਔਰ ਕਰੋਨਿਕ ਤੋਂ ਕਰੋਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਇਹਨਾਂ ਨੇ ਸੇਵਾਵਾਂ ਜਿਹੜੀਆਂ ਕੀਤੀਆਂ ਹੈਗੀਆਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਡਾਕਟਰ ਸਾਹਿਬ, ਇਹ ਪਰਿਵਾਰ ਜਿਹੜਾ ਕਿ ਹੋਮਿਓਪੈਥੀ ਦੀ ਬੈਕਬੋਨ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਹੋਮੋਪੈਥੀ ਚਲਾਈ ਹੈਗੀ ਆ ਔਰ ਹੋਮੋਪੈਥੀ ਦੇ ਲਈ ਲੜਾਈਆਂ ਲੜਨੀਆਂ, ਹੋਮੋਪੈਥੀ ਦੇ ਲਈ ਉਹਨੂੰ ਮਾਨਤਾ ਦਿਵਾਉਣ ਦੇ ਲਈ ਚੀਜ਼ਾਂ ਨੂੰ ਬੜਾ ਲੰਬਾ ਸੰਘਰਸ਼ ਕੀਤਾ ਪਰਮਜੀਤ ਜੀ ਨੇ। ਕੀ ਕਹਿਣਾ ਚਾਹੋਗੇ ਕਿ ਇਸ ਪਰਿਵਾਰ ਦਾ ਜਿਹੜਾ ਮੰਤਵ ਇਹ ਸੀਗਾ ਕਿ ਹੋਮੋਪੈਥੀ ਜਿਹੜੀ ਇੱਕ ਐਸੀ ਸਾਇੰਸ ਆ ਜਿਹਦੇ ਵਿੱਚ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਜਿਹਦੇ ਵਿੱਚ ਕੋਈ ਵੀ ਮਹਿੰਗਾ ਪਾਣੀ ਇੰਨਾ ਜ਼ਿਆਦਾ ਨਹੀਂ ਹੈ ਕਿ ਤੁਹਾਨੂੰ ਤੁਹਾਡਾ ਜਿਹੜਾ ਘਰ ਆ ਉਹ ਤੇ ਲੱਗ ਜੂਗਾ। ਕੀ ਕਹਿਣਾ ਚਾਹੋਗੇ? ਹਾਂਜੀ, ਮੇਰੇ ਪਹਿਲਾਂ ਫਾਦਰ ਇਨ ਲਾ ਨੇ ਹੋਮਿਓਪੈਥੀ ਦੀ ਪ੍ਰੈਕਟਿਸ ਕੀਤੀ। ਮਤਲਬ ਸਾਡਾ 45 ਇਅਰਸ ਤੋਂ ਹੋਮਿਓਪੈਥਿਕ ਪ੍ਰੈਕਟਿਸ ਚੱਲ ਰਹੀ ਹੈ। ਪਹਿਲਾਂ ਉਹਨਾਂ ਨੇ 15 ਸਾਲ ਕੀਤੀ, ਹੁਣ 31 ਇਅਰਸ ਮੈਨੂੰ ਤੇ ਮੇਰੇ ਹਸਬੈਂਡ ਨੂੰ ਡਾਕਟਰ ਪਰਮਜੀਤ ਸਿੰਘ ਰਾਣੂ ਤੇ ਮੈਂ ਡਾਕਟਰ ਇੰਦਰਜੀਤ ਕੌਰ ਰਾਣੂ, ਸਾਨੂੰ ਪ੍ਰੈਕਟਿਸ ਕਰਦਿਆਂ ਨੂੰ ਹੋ ਗਏ। ਹੁਣ ਸਾਡਾ ਬੇਟਾ ਡਾਕਟਰ ਨਵਜੋਤ ਸਿੰਘ ਰਾਣੂ, ਉਹ ਵੀ ਡਾਕਟਰ ਬਣ ਗਏ ਹੈ ਤੇ ਡਾਕਟਰ ਤਰਨਦੀਪ ਕੌਰ ਨੂਰਾਨੀ, ਉਹ ਵੀ ਮਤਲਬ ਇੰਟਰਨਸ਼ਿਪ ਚੱਲ ਰਹੀ ਹੈ ਤੇ ਉਹ ਇੰਟਰਨੀ ਹੈ। ਤਾਂ ਸਾਡਾ ਸਾਰੀ ਫੈਮਿਲੀ ਹੋਈ ਮਤਲਬ ਹੋਮਿਓਪੈਥਿਕ ਡਾਕਟਰਸ ਨਾਲ ਜੁੜੀ ਹੋਈ ਹੈ, ਹੋਮਿਓਪੈਥੀ ਨਾਲ ਜੁੜੀ ਹੋਈ ਹੈ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪੇਸ਼ੈਂਟ ਇੱਧਰ ਘੁੰਮ ਕੇ DMC ਜਾਂ PGI ਤੋਂ ਰਿਟਰਨਡ ਹੈ, ਜਿਹੜੇ ਨਹੀਂ ਠੀਕ ਹੋ ਰਹੇ, ਉਹਨਾਂ ਨੇ ਜਵਾਬ ਦਿੱਤਾ ਤਾਂ ਉਹਨਾਂ ਨੂੰ ਪੂਰੇ ਦੇ ਪੂਰੇ ਰਿਕਵਰ ਕਰਨ ਦੀ, ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਦਾ ਪੈਸਾ ਵੀ ਜ਼ਿਆਦਾ ਨਾ ਲੱਗੇ ਤੇ ਉਹ ਠੀਕ ਵੀ ਹੋ ਜਾਣ। ਡਾਕਟਰ ਸਾਹਿਬ, ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ ਆ, ਜਿੱਦਾਂ ਸ਼ੂਗਰ ਹੈ, ਹਾਂਜੀ, ਥਾਇਰਾਇਡ ਦੀ ਆਪਾਂ ਗੱਲ ਕਰ ਲਈਏ, ਜਿੱਦਾਂ ਆਪਾਂ ਗੱਲ ਕਰ ਲਈਏ ਬਲੱਡ ਪ੍ਰੈਸ਼ਰ ਦੀ, ਹਾਂਜੀ, ਉਹਨਾਂ ਚੀਜ਼ਾਂ ਦੇ ਲਈ ਜੇ ਬੰਦੇ ਪਹਿਲੇ ਸਟੇਜਾਂ ਦੇ ਵਿੱਚ ਹੀ ਜਦੋਂ ਸਟਾਰਟਿੰਗਾਂ ਹੁੰਦੀਆਂ ਅਗਰ ਹੋਮੋਪੈਥੀ ਨੂੰ ਪ੍ਰੈਫਰ ਕਰ ਲੈਣ, ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜਾ ਸਾਡਾ ਸਿਨੈਰੀਓ ਆ ਪੰਜਾਬ ਦਾ, ਹਾਂਜੀ, ਉਹ 4th ਸਟੇਜ ਵਾਲਾ, ਉਹਨਾਂ ਨੂੰ ਜਦੋਂ 4th ਸਟੇਜ ਆ ਜਾਂਦੀ ਆ ਸਾਰੇ ਪਾਸਿਓਂ ਉਹਨਾਂ ਨੂੰ ਜਵਾਬ ਮਿਲ ਜਾਂਦਾ ਹੈਗਾ ਤੇ ਉਦੋਂ ਉਹ ਕੋਸ਼ਿਸ਼ ਕਰਦੇ ਹੈਗੇ ਆ ਵੀ ਹੋਮੋਪੈਥੀ ਨੂੰ ਚੂਜ਼ ਕਰਨ ਦੀ ਜਾਂ ਹੋਮੋਪੈਥੀ ਦੇ ਨਾਲ ਅਟੈਚਮੈਂਟ ਕਰਵਾਉਣ ਦੀ। ਕੀ ਕਹਿੰਦੇ? ਹਾਂਜੀ, ਇੱਦਾਂ ਹੀ ਹੈ। ਜਦੋਂ ਮਤਲਬ ਸਾਡਾ ਪੇਸ਼ੈਂਟ ਐਨ 4th ਸਟੇਜ 'ਤੇ ਜਾਂ 3rd ਸਟੇਜ 'ਤੇ ਪਹੁੰਚ ਜਾਂਦਾ ਉਦੋਂ ਉਹ ਹੋਮਿਓਪੈਥੀ ਨੂੰ ਪ੍ਰੈਫਰ ਕਰਦੇ ਆ। ਜੇ 1st ਸਟੇਜ 'ਤੇ ਹੀ ਸਾਡੇ ਕੋਲ ਪੇਸ਼ੈਂਟ ਆ ਜਾਵੇ ਤਾਂ ਅਸੀਂ ਉਹਨੂੰ ਬੈਟਰ ਟਰੀਟ ਕਰ ਸਕਦੇ ਹਾਂ ਤੇ ਉਹਨੂੰ ਠੀਕ ਵੀ ਕਰ ਸਕਦੇ ਹਾਂ। ਤੇ ਜਦੋਂ 3rd ਸਟੇਜ 'ਤੇ ਜਾਂ 4th ਸਟੇਜ 'ਤੇ ਪਹੁੰਚ ਜਾਂਦਾ ਫਿਰ ਸਾਨੂੰ ਸਾਡੇ ਵੀ ਕਈ ਵਾਰੀ ਹੱਥ ਖੜੇ ਹੋ ਜਾਂਦੇ ਆ। ਪਰ ਫਿਰ ਵੀ ਤੁਸੀਂ ਉਹਨੂੰ ਮਤਲਬ ਪ੍ਰੋਲੋਂਗ ਕਰਦੇ ਹੋ? ਹਾਂ, ਪ੍ਰੋਲੋਂਗ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਜਿਹੜਾ ਫੰਕਸ਼ਨਸ ਹੈ, ਜਿਹੜਾ ਸਿਸਟਮ ਹੈ, ਉਹ ਵਰਕ ਕਰਨਾ ਸ਼ੁਰੂ ਕਰ ਦੇਵੇ ਤਾਂ ਮਤਲਬ ਉਹਨੂੰ ਜਿਹੜੀ ਐਲੋਪੈਥੀ ਦੀ ਮੇਨਟੇਨੈਂਸ ਵਾਲੀ ਮੈਡੀਸਨ ਆ ਉਹ ਨਾ ਲੈਣੀ ਪਵੇ। ਮਤਲਬ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਇੱਕ ਪਰਿਵਾਰ ਐਸਾ ਪਰਿਵਾਰ ਆ ਜਿਹੜਾ ਓਲਡ ਤੇ ਨਿਊ, ਕਿਉਂਕਿ ਡਾਕਟਰ ਸਾਹਿਬ ਔਰ ਤੁਸੀਂ ਸਾਰਾ ਪਰਿਵਾਰ ਜਿਹੜਾ ਹੈਗਾ ਇੰਟੈਂਗਲ ਰਹਿੰਦੇ ਹੋ ਨਵੀਆਂ ਇਨਵੈਂਸ਼ਨਸ ਦੇ ਵਿੱਚ, ਕਿਉਂਕਿ ਜਦੋਂ ਹੋਮੋਪੈਥੀ ਸ਼ੁਰੂ ਹੋਈ ਉਸ ਟਾਈਮ ਦੇ ਰਿਜ਼ਲਟਸ ਤੇ ਹੁਣ ਦੇ ਰਿਜ਼ਲਟਸ 'ਚ ਬਹੁਤ ਹੀ ਜ਼ਮੀਨ ਅਸਮਾਨ ਦਾ ਫਰਕ ਹੈਗਾ। ਮੈਡੀਸਨ 'ਚ ਬਹੁਤ ਫਰਕ ਹੈਗਾ। ਜਿੱਦਾਂ ਪਹਿਲਾਂ ਲੋਕਾਂ ਦੇ ਮਨ 'ਚ ਸਲੋਨੈਸ ਸੀਗੀ ਕਿ ਪਤਾ ਨਹੀਂ ਹੋਮੋਪੈਥੀ ਦੀਆਂ ਦਵਾਈਆਂ ਸਲੋ ਹੈ, ਪਰ ਹੁਣ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਦਾ ਜਾਂਦਾ ਕਿ ਨਹੀਂ, ਜਿਹੜਾ ਕਰੋਨਾ ਦੇ ਵਿੱਚ ਜਦੋਂ ਹੋਮਿਓਪੈਥੀ ਨੇ ਇੱਕ ਬਹੁਤ ਵੱਡਾ ਬਾਪੂ ਧਾਮ ਕਲੋਨੀ ਸਾਰੀ ਜਿਹੜੀ ਹੈਗੀ ਆ ਉਹਦੇ 'ਚ ਹੋਮਿਓਪੈਥੀ ਦੇ ਜਿਹੜੇ ਹੈਗੇ ਆ ਇੰਟੈਂਗਲ ਹੋਈ ਹੈਗੀ ਆ। ਤੁਸੀਂ ਇੱਥੇ 100 ਦੇ ਕਰੀਬ ਪੇਸ਼ੈਂਟਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈਗੀ ਆ, ਲੁਧਿਆਣੇ, ਚੰਡੀਗੜ੍ਹ। ਕੀ ਕਹਿਣਾ ਚਾਹੋਗੇ ਕਿ
ਇਹ ਜਿਹੜੀ ਸਾਇੰਸ ਹੈਗੀ ਆ ਧੀਰੇ ਧੀਰੇ ਜਿਸ ਤਰੀਕੇ ਦੇ ਨਾਲ ਹੁਣ ਇਹ ਵੱਧਦੀ ਜਾ ਰਹੀ ਹੈ ਔਰ ਲੋਕਾਂ ਦਾ ਇੰਟਰਸਟ ਪੈਦਾ ਹੋ ਰਿਹਾ ਔਰ ਜਿਹੜੇ ਗ੍ਰੈਜੂਏਟ ਕਰਕੇ ਲੋਕ ਜਿਹੜੇ ਹੈਗੇ ਉਹਨਾਂ ਨੂੰ MBBS ਦੇ ਬਰੋਬਰ ਦੀ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹਦੇ ਨਾਲ ਬੱਚਿਆਂ ਦਾ ਮਨੋਬਲ ਵੀ ਵਧਿਆ ਹੈਗਾ ਔਰ ਇਹ ਜਿਹੜੀ ਸਾਇੰਸ ਹੈ ਨੇ ਤਰੱਕੀ ਕੀਤੀ। ਹਾਂਜੀ, ਇਹਦੇ 'ਚ ਜਿਹੜਾ ਮਤਲਬ ਮਨ 'ਚ ਬੈਠਾ ਹੋਇਆ ਨਾ ਲੋਕਾਂ ਦੇ ਕਿ ਇਹ ਸਲੋ ਟ੍ਰੀਟ ਕਰਦੀ ਹੈ, ਇਹ ਗਲਤ ਹੈ, ਬਿਲਕੁਲ ਗਲਤ ਹੈ। ਕਈ ਵਾਰੀ ਤਾਂ ਮਤਲਬ ਇਹ ਇੰਨਾ ਫਾਸਟ ਰਿਐਕਸ਼ਨ ਕਰਦੀ, ਜਿਵੇਂ ਤੁਹਾਨੂੰ ਕੋਈ ਰੀਨਲ ਕੈਲਕੂਲਾਈ ਦੀ ਪੇਨ ਹੋ ਰਹੀ ਹੈ ਤਾਂ ਇਹ 10 ਮਿੰਟਾਂ 'ਚ ਪੇਸ਼ੈਂਟ ਦੀ ਪੇਨ ਨੂੰ ਵੀ ਠੀਕ ਕਰਦੀ ਹੈ। ਤੇ ਬਾਕੀ ਜਿਵੇਂ ਕੋਵਿਡ ਦੇ ਕੇਸਿਸ ਹੈ ਅਸੀਂ ਉਹ ਟ੍ਰੀਟ ਕੀਤੇ ਹੈ, ਉੱਦਾਂ ਆਪਾਂ ਐਲੋਪੈਥੀ ਲੈਂਦੇ ਹਾਂ ਤਾਂ ਉਹ 15 ਦਿਨ ਵਾਸਤੇ ਮਤਲਬ ਕੋਈ ਵੀ ਵਾਇਰਲ ਫੀਵਰ ਹੈ 15-20 ਦਿਨ ਲੱਗ ਜਾਂਦੇ ਆ, ਅਸੀਂ 8-10 ਦਿਨ ਦੇ ਵਿੱਚ ਮਤਲਬ ਪੇਸ਼ੈਂਟ ਨੂੰ ਠੀਕ ਕੀਤਾ ਤੇ ਹਫਤੇ ਦੇ ਵਿੱਚ ਉਹਨਾਂ ਦਾ ਫੀਵਰ ਟੁੱਟ ਗਿਆ ਸੀਗਾ। ਤੇ ਬਾਕੀ ਥੋੜੀ ਬਹੁਤ ਜਿਵੇਂ ਖਾਂਸੀ ਵਗੈਰਾ ਦੇ ਸਿੰਪਟਮ ਸੀਗੇ ਉਹ 2-4 ਦਿਨ 'ਚ ਰਿਕਵਰ ਕਰ ਗਏ। ਮਤਲਬ ਅਸੀਂ 100 ਤੋਂ 100+ ਪੇਸ਼ੈਂਟਸ ਅਸੀਂ ਡੈਲਟਾ ਕੋਵਿਡ ਦੇ ਵੇਲੇ ਅਸੀਂ ਠੀਕ ਕੀਤੇ ਹੋਮਿਓਪੈਥੀ ਨਾਲ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਪਰਿਵਾਰ ਦਾ ਜਿਹੜਾ ਆਪਸ ਦੇ ਵਿੱਚ ਇੱਕ ਅੰਡਰਸਟੈਂਡਿੰਗ ਆਪਸ ਦੇ ਵਿੱਚ ਡਿਸਕਸ਼ਨ ਹੈਗੀ ਆ, ਜਦੋਂ ਤੁਸੀਂ ਸ਼ਾਮ ਨੂੰ ਕੋਈ ਗੱਲ ਕਰਦੇ ਹੋ ਤਾਂ ਸਾਰਾ ਪਰਿਵਾਰ, ਕਿਉਂਕਿ ਇੱਕ ਪਰਿਵਾਰ 'ਚ ਜਦੋਂ 4-5 ਜਿਹੜੇ ਹੋਮਿਓਪੈਥੀ ਦੇ ਡਾਕਟਰਸ ਹੋਣ ਔਰ ਇਨਸਿਸਟਰ ਵਾਲੀ ਚੀਜ਼ਾਂ ਆਈਆਂ ਹੋਣ ਤਾਂ ਉਹ ਚੀਜ਼ਾਂ ਦੇ ਵਿੱਚ ਜਦੋਂ ਡਿਸਕਸ ਹੁੰਦੀ ਆ ਤਾਂ ਹਰੇਕ ਤਰ੍ਹਾਂ ਦੇ ਕੇਸ, ਕਿਉਂਕਿ ਤੁਸੀਂ ਹੁਣ ਇਨਵੈਸਟੀਗੇਸ਼ਨਸ ਦੇ ਨਾਲੋਂ ਜ਼ਿਆਦਾ ਜਿਹੜਾ ਹੈਗਾ ਤੁਹਾਡੇ ਹੱਥ ਕੰਮ ਕਰਦੇ ਹੈਗੇ, ਤੁਹਾਡਾ ਮਾਈਂਡ ਸੈਟਅਪ ਕੰਮ ਕਰਦਾ, ਤੁਹਾਡੇ ਸਿੰਪਟਮਸ ਤੋਂ ਤੁਸੀਂ ਚੀਜ਼ ਨੂੰ ਲੈਂਦੇ ਹੋ। ਕੀ ਕਹਿਣਾ ਚਾਹੋਗੇ ਕਿ ਉਹ ਜਿਹੜਾ ਐਕਸਪੀਰੀਅੰਸ ਹੈਗਾ ਇੰਨੇ ਸਾਲਾਂ ਦਾ ਉਹ ਬਹੁਤ ਮੈਟਰ ਕਰ ਰਿਹਾ? ਹਾਂਜੀ, ਬਹੁਤ ਕਾਊਂਟ ਕਰ ਰਿਹਾ। ਅਸੀਂ ਡਿਸਕਸ਼ਨ ਕਰਦੇ ਹਾਂ, ਜਿਵੇਂ ਬੇਟੇ ਕੋਲ ਕੋਈ ਨਵਾਂ ਪੇਸ਼ੈਂਟ ਆਇਆ, ਸਾਡੇ ਕੋਲ ਕੋਈ ਨਵਾਂ ਪੇਸ਼ੈਂਟ ਆਇਆ ਤਾਂ ਅਸੀਂ ਆਪਸ 'ਚ ਇੱਕ ਦੂਜੇ ਨਾਲ ਡਿਸਕਸ ਕਰਕੇ ਮੈਡੀਸਨ ਸਿਲੈਕਟ ਕਰਕੇ ਫਿਰ ਪੇਸ਼ੈਂਟ ਨੂੰ ਟ੍ਰੀਟ ਕਰਦੇ ਹਾਂ। ਤੇ ਬਾਕੀ ਮੈਂ ਇਹ ਗੱਲ ਲੋਕਾਂ ਦੇ ਦਿਮਾਗ 'ਚੋਂ ਕੱਢਣਾ ਚਾਹੂੰਗੀ ਕਿ ਜਿਹੜਾ ਉਹਨਾਂ ਦੇ ਦਿਮਾਗ 'ਚ ਹੈਗਾ ਵੀ ਸਲੋ ਰਿਐਕਸ਼ਨ ਕਰਦੀ ਹੈ ਜਾਂ ਸਲੋ ਟ੍ਰੀਟ ਕਰਦੀ ਹੈ, ਇਹ ਬਿਲਕੁਲ ਗਲਤ ਹੈ। ਜਦੋਂ ਪੇਸ਼ੈਂਟ ਸਾਡੇ ਕੋਲ ਮਤਲਬ 3rd ਸਟੇਜ ਤੇ ਜਾਂ ਸਾਰੇ ਪਾਸੋਂ ਘੁੰਮ ਫਿਰ ਕੇ ਆਏਗਾ ਤਾਂ ਉਹ ਟਾਈਮ ਤਾਂ ਲੱਗੇਗਾ ਹੀ। ਉਹ ਟਾਈਮ ਤਾਂ 3 ਮਹੀਨੇ, ਜਿੱਥੇ ਆਪਾਂ 6 ਸਾਲ ਜਾਂ 10 ਸਾਲ ਤੁਰੇ ਫਿਰਦੇ ਹਾਂ ਉੱਥੇ 3 ਮਹੀਨੇ ਜਾਂ 6 ਮਹੀਨੇ ਕੋਈ ਖਾਸ ਜ਼ਿਆਦਾ ਨਹੀਂ ਹੈਗੇ। ਇਸ ਕਰਕੇ ਹੋਮਿਓਪੈਥੀ ਦੇ ਕੋਈ ਸਾਈਡ ਇਫੈਕਟਸ ਨਹੀਂ ਹੈ, ਲੋਕਾਂ ਨੂੰ ਪ੍ਰੈਫਰ ਕਰਨੀ ਚਾਹੀਦੀ ਹੈ ਹੋਮਿਓਪੈਥੀ, ਤਾਂ ਬਹੁਤ ਵਧੀਆ ਮਤਲਬ ਇਹਦੇ ਰਿਜ਼ਲਟਸ ਹੈਗੇ ਆ। ਡਾਕਟਰ ਡਿਪਰੈਸ਼ਨ ਜਿਹੜਾ ਕਿ ਕੋਵਿਡ-19 ਤੋਂ ਬਾਅਦ ਦੇ ਵਿੱਚ ਇੱਕ ਐਪੀਡੈਮਿਕ ਹੀ ਬਣ ਚੁੱਕਿਆ ਹੈਗਾ ਪੰਜਾਬ ਦੇ ਵਿੱਚ, ਔਰ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਡਿਪਰੈਸ਼ਨ ਕੀ ਹੁੰਦਾ। ਹਾਂਜੀ। ਔਰ ਜਿਸ ਤਰੀਕੇ ਦੇ ਨਾਲ ਅੱਗੇ ਲੋਕ ਛਪਾਉਂਦੇ ਸੀ ਡਿਪਰੈਸ਼ਨ ਨੂੰ ਵੀ, ਅਗਲਾ ਕਹੂਗਾ ਕਮਲਾ ਫਲਾਨਾ ਵੀ ਇਹ ਕੀ ਕਹਿਣਾ ਚਾਹੋਗੇ ਕਿ ਹੁਣ ਡਿਪਰੈਸ਼ਨ ਦੇ ਜਿਹੜੇ ਪੇਸ਼ੈਂਟ ਹੈਗੇ ਅਗਰ ਉਹ ਮੈਡੀਕਲ ਦੂਸਰੀ ਮੈਡੀਸਨਸ ਵਿੱਚ ਪੈਂਦੇ ਹੈਗੇ ਆ ਉਹਦੇ ਨਾਲੋਂ ਅਗਰ ਹੋਮਿਓਪੈਥੀ 'ਚ ਪੈਂਦੇ ਆ ਤਾਂ ਹੋਮਿਓਪੈਥੀ 'ਚ ਤੁਸੀਂ ਕਾਜ਼, ਉਹਦਾ ਮਾਈਂਡ ਸੈਟਅਪ, ਉਹਦਾ ਖਾਣਾ ਪੀਣਾ, ਤੁਸੀਂ ਉਹਦੀ ਹਿਸਟਰੀ ਲੈ ਕੇ ਐਜ਼ ਏ ਡਾਈਟੀਸ਼ੀਅਨ ਵੀ ਕੰਮ ਕਰਦੇ ਹੋ, ਐਜ਼ ਏ ਹੈਲਥ ਵਰਕਰ ਵੀ ਕੰਮ ਕਰਦੇ ਹੋ। ਉਹਦੇ ਨਾਲ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੀਆਂ ਬਿਮਾਰੀਆਂ ਜਿਹੜੀਆਂ ਹੈ ਤਾਂ ਨਾਮਰਾਦ ਬੜੀਆਂ, ਕਿਉਂਕਿ ਜਿਹੜਾ ਅਗਰ ਵੱਧ ਹੀ ਜਾਂਦਾ ਜਦੋਂ ਡਿਪਰੈਸ਼ਨ ਤੇ ਇੱਕ ਸਟੇਜਾਂ ਬੜੀਆਂ ਮਾੜੀਆਂ ਆ ਜਾਂਦੀਆਂ, ਲੇਕਿਨ ਅਗਰ ਉਹ ਵਧੀਆ ਸਟੇਜਾਂ ਦੇ ਉੱਪਰ ਹੀ ਮਤਲਬ 1st-2nd ਸਟੇਜ ਦੇ ਉੱਪਰ ਹੀ ਡਿਪਰੈਸ਼ਨ ਦੀ ਜਦੋਂ ਸਟਾਰਟ ਹੀ ਹੋਇਆ ਹੁੰਦਾ ਜਾਂ ਉਹਨਾਂ ਨੂੰ ਲੱਗਦਾ ਅਗਰ ਉਹ ਹੋਮਿਓਪੈਥੀ ਕੋਲ ਆ ਜਾਂਦਾ ਤਾਂ ਟ੍ਰੀਟੇਬਲ ਹੈ। ਹਾਂਜੀ ਹਾਂਜੀ, ਬਿਲਕੁਲ। ਹੋਮਿਓਪੈਥੀ ਨੇ ਉਹਦੇ ਮਤਲਬ ਜੋ ਉਹਦਾ ਕਾਜ਼ ਹੈ, ਜੋ ਟੈਨਸ਼ਨ ਹੈ, ਸਟ੍ਰੈਸ ਹੈ, ਉਹਨੂੰ ਠੀਕ ਕਰਕੇ ਉਹਨੂੰ ਪੇਸ਼ੈਂਟ ਨੂੰ ਰਿਕਵਰ ਕਰਨਾ, ਉਹਨੂੰ ਮਤਲਬ ਉਸ ਡਿਪਰੈਸ਼ਨ 'ਚੋਂ, ਉਸ ਦੁਖਦਾਈ ਸਟੇਜ 'ਚੋਂ ਕੱਢ ਕੇ ਉਹਨੂੰ ਰਿਕਵਰ ਕਰਨਾ। ਕਿਉਂਕਿ ਸਾਡੀ ਹੋਮਿਓਪੈਥੀ ਜਦੋਂ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਟ੍ਰੀਟ ਕਰਦੇ ਹਾਂ ਐਜ਼ ਏ ਹੋਲ ਟ੍ਰੀਟ ਕਰਦੇ ਹਾਂ, ਨਾ ਕਿ ਉਹਦੇ ਇਕੱਲੇ ਮਤਲਬ ਪੇਟ ਦੇ ਸਿੰਪਟਮ ਲੈਣੇ ਆ ਜਾਂ ਇਕੱਲੇ ਕੋਈ ਵੀ ਜੋ ਵੀ ਉਹਨੂੰ ਪ੍ਰੋਬਲਮ ਹੈ ਜਾਂ ਜੁਆਇੰਟ ਪੇਨਸ ਹੈ ਜਾਂ ਕੁਝ ਵੀ ਹੈ, ਅਸੀਂ ਉਹਦੇ ਮੈਂਟਲ ਸਿੰਪਟਮਸ ਵੀ ਨਾਲ ਕਾਊਂਟ ਕਰਦੇ ਹਾਂ। ਤਾਂ ਨਾਰਮਲੀ ਜਿਹੜਾ ਹੁੰਦਾ ਪੇਸ਼ੈਂਟ, ਜਿਵੇਂ ਕਈ ਵਾਰੀ ਸ਼ਰਮਾਂਦਾ ਸਾਨੂੰ ਮੈਂਟਲ ਸਿੰਪਟਮਸ ਨਹੀਂ ਦਿੰਦਾ, ਪਰ ਅਸੀਂ ਉਹਨੂੰ ਹੌਲੀ ਹੌਲੀ ਆਪਣੇ ਉਹਦੇ 'ਚ ਲੈ ਕੇ ਤਾਂ ਉਹਦੇ ਤੋਂ ਸਿੰਪਟਮਸ ਕਢਵਾਉਂਦੇ ਹਾਂ ਤਾਂ ਉਹ ਮੈਂਟਲ ਸਿੰਪਟਮਸ ਵੀ ਉਹਦੇ ਆਪਣੇ ਆਪ ਹੀ ਠੀਕ ਹੋ ਜਾਂਦੇ ਆ। ਤੇ ਡਿਪਰੈਸ਼ਨ ਵਾਸਤੇ ਇਸ ਕਰਕੇ ਮੈਂ ਤਾਂ ਪ੍ਰੈਫਰ ਕਰੂੰਗੀ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਹੋਮਿਓਪੈਥੀ ਉਹ ਹੀ ਟਰਾਈ ਕਰਨ। ਹੋਮਿਓਪੈਥੀ ਦੇ ਵਿੱਚ ਰਿਜ਼ਲਟਸ ਜਿਹੜੇ ਆ ਬਹੁਤ ਵਧੀਆ ਹੈਗੇ ਆ। ਐਲੋਪੈਥੀ ਤਾਂ ਸੈਡੇਸ਼ਨ ਹੈ, ਹੋਰ ਕੁਝ ਨਹੀਂ ਆ ਉਹਦੇ 'ਚ, ਉਹਦਾ ਸਪਰੈਸ ਕਰਦੇ ਆ। ਡਾਕਟਰ ਕੀ ਕਹਿਣਾ ਚਾਹੋਗੇ ਕਿ ਜਿਹੜਾ ਨਸ਼ੇ ਦਾ ਜਿਹੜਾ ਮੇਨ ਕਾਰਨ ਉਹ ਵੀ ਡਿਪਰੈਸ਼ਨ ਆ, ਮਾਈਂਡ ਸੈਟਅਪ ਦਾ ਤੁਹਾਡਾ ਡਿਸਟਰਬ ਹੋਣਾ, ਔਰ ਤੁਸੀਂ ਨਸ਼ੇ ਵਾਲੇ ਕਈ ਪੇਸ਼ੈਂਟਸ ਨੂੰ ਕਾਉਂਸਲਿੰਗ ਕਰਕੇ ਉਹਨਾਂ ਦੇ ਪਰਿਵਾਰ ਨੂੰ ਨਾਲ ਬਿਠਾ ਕੇ ਉਹ ਪੇਸ਼ੈਂਟ ਜਿਹੜੇ ਬਿਲਕੁਲ ਹਾਰ ਚੁੱਕੇ ਸੀਗੇ, ਪੇਰੈਂਟਸ ਨੂੰ ਲੱਗਦਾ ਸੀ ਨਹੀਂ ਇਹ ਨਸ਼ੇ ਤੋਂ ਬਾਹਰ ਨਹੀਂ ਆਉਣਗੇ, ਤੁਹਾਡੇ ਪਰਿਵਾਰ ਨੇ ਬਹੁਤ ਵੱਡਾ ਜਿਹੜਾ ਹੈਗਾ ਕਾਰਨਾਮਾ ਇਸ ਸੇਵਾ 'ਚ ਲੱਗੇ ਹੋਏ ਹੋ। ਡਾਕਟਰ ਸਾਹਿਬ ਦੀ ਚੰਡੀਗੜ੍ਹ ਸੇਵਾ ਜਿਹੜੀ ਹੈਗੀ ਚੱਲ ਰਹੀ ਹੈਗੀ ਆ, ਤੁਹਾਡੀ ਇੱਥੇ ਆ ਲੁਧਿਆਣੇ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਇਸ ਦੌਰਾਨ ਜਦੋਂ ਪੇਸ਼ੈਂਟ ਸਹੀ ਹੁੰਦੇ ਆ, ਉਹਨਾਂ ਦੇ ਇੱਕ ਪਰਿਵਾਰ ਦੇ ਨਾਲ ਜਦੋਂ ਡਿਪਰੈਸ਼ਨ ਵਾਲਾ ਇੱਕ ਪੇਸ਼ੈਂਟ ਤੁਸੀਂ ਸਹੀ ਕਰਦੇ ਹੋ ਤੇ 20 ਫੈਮਲੀਆਂ ਨਾਲ ਜਿਹੜੀਆਂ ਸਹੀ ਹੁੰਦੀਆਂ ਤੇ ਤੁਹਾਡਾ ਆਪਣੇ ਆਪ ਹੀ ਜਿਹੜੀ ਚੇਨ ਬਣਦੀ ਜਾਂਦੀ ਆ, ਔਰ ਇਹੀ ਕਾਰਨ ਆ ਕਿ ਹਰੇਕ ਸੈਂਟਰ ਦੇ ਉੱਤੇ ਤੁਹਾਡੇ ਅਪਾਇੰਟਮੈਂਟ ਲੈ ਕੇ ਬੰਦੇ ਨੂੰ ਆਉਣਾ ਪੈਂਦਾ। ਹਾਂਜੀ, ਅਪਾਇੰਟਮੈਂਟ ਲੈ ਕੇ ਵੀ ਆਉਣਾ ਪੈਂਦਾ। ਬਾਕੀ ਸਾਡੇ ਡੇਜ਼ ਹੈਗੇ ਆ,
ਤਾਂ ਆਪਣੇ ਆਪ ਵੀ ਪੇਸ਼ੈਂਟ ਆਉਂਦੇ ਆ ਤੇ ਅਪਾਇੰਟਮੈਂਟ ਬਾਈ ਅਪਾਇੰਟਮੈਂਟ ਵੀ ਆਉਂਦੇ ਆ। ਤਾਂ ਬਾਕੀ ਇੱਦਾਂ ਮੈਂ ਨਸ਼ੇ ਵਾਲੇ ਜਿਹੜੇ ਪੇਸ਼ੈਂਟ ਹੈ ਉਹ ਜਾਂ ਤਾਂ ਦਿਮਾਗੀ ਤੌਰ ਤੇ ਡਿਪਰੈਸ਼ਨ 'ਚ ਹੁੰਦੇ ਆ ਤਾਂ ਨਸ਼ਾ ਕਰਦੇ, ਜਾਂ ਆਦਤ ਬਣ ਜਾਂਦੀ ਹੈ। ਜਿਵੇਂ ਟੀਨੇਜਰ ਹੁੰਦੇ ਆ, ਜਦੋਂ ਇੱਕ ਬੰਦਾ ਲੈ ਰਿਹਾ ਤਾਂ ਸੁਸਾਇਟੀ ਹੈ ਜਿਹੜੀ ਉਹਦੇ ਫਰੈਂਡਸ ਹੈ ਉਹ ਕਹਿ ਦਿੰਦੇ ਤੂੰ ਵੀ ਟਰਾਈ ਕਰ, ਤਾਂ ਉਹ ਬੱਚਾ ਲੱਗ ਜਾਂਦਾ। ਬਾਅਦ 'ਚ ਜਦੋਂ ਮੈਚਿਓਰ ਹੁੰਦਾ ਤਾਂ ਉਹਦੇ ਤੋਂ ਛੁੱਟਦਾ ਨਹੀਂ ਹੈ ਕਿਉਂਕਿ ਉਹਨੂੰ ਆਦਤ ਪੈ ਗਈ ਹੁੰਦੀ ਹੈ। ਜਿਹੜਾ ਛੱਡਣਾ ਚਾਹੁੰਦਾ, ਜਿਹੜਾ ਮੈਂਟਲੀ ਪ੍ਰਿਪੇਅਰ ਹੋ ਗਿਆ ਕਿ ਹਾਂ ਮੈਂ ਨਸ਼ਾ ਛੱਡਣਾ ਚਾਹੁੰਦਾ, ਉਹਦੇ ਵਿੱਚ ਅਸੀਂ ਪੇਸ਼ੈਂਟ ਦੀ ਹੈਲਪ ਕਰਦੇ ਹਾਂ। ਉਹਨੂੰ ਮੈਂਟਲ ਤੌਰ ਤੇ ਉਹਨੂੰ ਫਿਜ਼ੀਕਲ ਤੌਰ ਤੇ ਜਿਹੜੀ ਉਹਨੂੰ ਵੀਕਨੈਸ ਮਹਿਸੂਸ ਹੁੰਦੀ ਹੈ ਜਾਂ ਉਹਨੂੰ ਮਤਲਬ ਜਿਵੇਂ ਫੀਵਰਿਸ਼ ਫੀਲ ਕਰਦਾ ਜਾਂ ਹੋਰ ਕੋਈ ਪ੍ਰੋਬਲਮਸ ਆਉਂਦੀਆਂ, ਉਹ ਅਸੀਂ ਆਪਣੀ ਮੈਡੀਸਨਸ ਨਾਲ ਉਹਨੂੰ ਉਹਦੀ ਹੈਲਪ ਕਰਦੇ ਹਾਂ, ਉਹਨੂੰ ਰਿਕਵਰ ਕਰਦੇ ਹਾਂ ਤੇ ਉਹ ਹੌਲੀ ਹੌਲੀ ਨਸ਼ਾ ਛੱਡ ਜਾਂਦਾ ਆਪਣੇ ਆਪ ਹੀ। ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨਸ਼ਾ ਛੱਡਣ 'ਚ। ਡਾਕਟਰ ਲੇਡੀਜ਼ ਦੇ ਲਈ ਤੁਸੀਂ ਬਹੁਤ ਵੱਡਾ ਵਰਦਾਨ ਹੋ। PCOD ਦੇ ਬਹੁਤ ਕੇਸ ਜਿਹੜੇ ਹੈਗੇ ਤੁਸੀਂ ਇੱਥੇ ਸੋਲਵ ਕਰ ਸਕਦੇ ਹੋ, ਕਰੇ ਹੋਏ ਨੇ। ਇਨਫਰਟੀਲਿਟੀ ਦੇ ਬਹੁਤ ਜ਼ਿਆਦਾ ਪੇਸ਼ੈਂਟਸ ਨੇ। ਤੁਸੀਂ ਹਸਬੈਂਡ ਵਾਈਫ ਹੋ, ਕਈ ਵਾਰੀ ਕਾਉਂਸਲਿੰਗ ਦੇ ਲਈ ਜਦੋਂ ਹਸਬੈਂਡ ਵਾਈਫ ਆਉਂਦੇ ਆ ਤੁਹਾਡੇ ਕੋਲੇ ਇਨਫਰਟਾਈਲ ਕਪਲ, ਤਾਂ ਤੁਸੀਂ ਆਪਣੇ ਨਾਲ ਸਿੰਪਟਮਸ ਜਿਹੜੇ ਹੈਗੇ ਆ ਲੇਡੀਜ਼ ਤੋਂ ਲੈ ਲੈਂਦੇ ਹੋ ਔਰ ਜੈਂਟਸ ਦੇ ਨਾਲ ਹਸਬੈਂਡ ਦੀ ਗੱਲ ਕਰਾ ਦਿੰਦੇ ਹੋ। ਇਹ ਵੀ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਜਿਹਦੇ ਨਾਲ ਕਿ ਤੁਹਾਨੂੰ ਕੰਪਲੀਟ ਉਹਨਾਂ ਦੇ ਮਾਈਂਡ ਸੈਟਅਪ, ਉਹਨਾਂ ਦੇ ਸਾਰੀ ਜਿਹੜੀ ਹਿਸਟਰੀ ਆ ਉਹ ਪਤਾ ਲੱਗ ਜਾਂਦਾ। ਔਰ ਉਹਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਇੱਕ ਬੜਾ ਵੱਡਾ ਚੈਲੰਜ ਬਣਿਆ ਹੋਇਆ ਕਿਉਂਕਿ ਲੇਟ ਮੈਰਿਜਸ ਹੈਗੀਆਂ ਔਰ ਬੜਾ ਜਿਹੜਾ ਹੈਗਾ ਇਨਫਰਟੀਲਿਟੀ ਦਾ ਦਰ ਵਧੀ ਵੀ ਹੈ। ਅੱਗੇ ਲੋਕ ਦੱਸਦੇ ਨਹੀਂ ਸੀ, ਹੁਣ ਦੱਸ ਵੀ ਦਿੰਦੇ ਹੈਗੇ ਕਿਉਂਕਿ ਇੱਕ ਬੱਚਾ ਹੈਗਾ, ਉਹਨਾਂ ਨੇ ਇੱਕ ਬੱਚਾ ਲੈਣਾ ਹੁੰਦਾ। ਇਹਦੇ 'ਚ ਕਈ ਐਰਰਸ ਹੈ, ਡਾਈਟ ਐਰਰਸ ਵੀ ਹੈ ਜਿਹੜੇ ਮਤਲਬ ਇਨਫਰਟੀਲਿਟੀ ਨੂੰ ਵਧਾ ਰਹੇ ਹੈ। ਪਰ ਮੇਰੇ ਕੋਲ ਬਹੁਤ ਪੇਸ਼ੈਂਟਸ ਮਤਲਬ ਠੀਕ ਹੋਏ ਆ ਜਿਨ੍ਹਾਂ ਦੇ ਹੁਣ ਬੱਚੇ 15-15 20-20 ਸਾਲ ਦੇ ਵੀ ਹੈਗੇ ਆ, 10-10 12-12 ਸਾਲ ਤੋਂ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਸੀ ਹੋ ਰਹੀ, ਉਹ ਵੀ ਮੇਰੇ ਕੋਲ ਪੇਸ਼ੈਂਟ ਠੀਕ ਹੋਏ ਆ। ਅਸੀਂ ਹੋਮਿਓਪੈਥਿਕ ਹੀ ਉਹਨਾਂ ਨੂੰ ਟ੍ਰੀਟ ਕੀਤਾ, ਮੈਂਟਲ ਸਿੰਪਟਮਸ ਲੈ ਕੇ। ਬਾਕੀ ਜੇ ਫਿਜ਼ੀਕਲੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਟ੍ਰੀਟ ਕਰਕੇ ਤਾਂ ਉਹਨਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਮਾਂ-ਬਾਪ ਬਣੇ ਹੋਏ ਆ ਤਾਂ ਹੁਣ ਬੱਚਿਆਂ ਨੂੰ ਵਧੀਆ ਆਪਣਾ ਖੁਸ਼ੀ ਨਾਲ ਜੀਵਨ ਬਤੀਤ ਕਰ ਰਹੇ ਆ ਆਪਣੇ ਬੱਚਿਆਂ ਨਾਲ। ਤਾਂ ਬਹੁਤ ਵਧੀਆ ਰਿਜ਼ਲਟਸ ਹੈ ਇਹਦੇ 'ਚ ਹੋਮਿਓਪੈਥੀ 'ਚ ਇਨਫਰਟੀਲਿਟੀ। ਪੇਸ਼ੈਂਟਸ ਨੂੰ ਮੈਂ ਤਾਂ ਇਹੀ ਕਹੂੰਗੀ ਟਰਾਈ ਕਰਨੀ ਚਾਹੀਦੀ ਹੈ ਹੋਮਿਓਪੈਥੀ। ਡਾਕਟਰ ਕੈਂਸਰ ਵਰਗੀ ਨਾਮਰਾਦ ਬਿਮਾਰੀ ਜਿਹਦਾ ਕਿ ਇਲਾਜ ਕਿਤੇ ਵੀ ਨਹੀਂ ਹੈ, ਅਗਰ ਉਹ ਪਹਿਲੀਆਂ ਸਟੇਜਾਂ 'ਚ ਆ ਜਾਏ ਕੈਂਸਰ ਵਾਲਾ ਪੇਸ਼ੈਂਟ ਵੀ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਆਨ ਦੇ 4th ਸਟੇਜ 'ਚ ਹੈ, ਜਦੋਂ ਬਿਲਕੁਲ ਡਾਕਟਰਾਂ ਨੇ ਜਵਾਬ ਦਿੱਤਾ ਤੁਸੀਂ ਪ੍ਰੋਲੋਂਗ ਕਰ ਦਿੰਦੇ, ਤੁਸੀਂ ਉਹਦੀ ਜਿਹੜੀ ਡੈਥ ਹੈਗੀ ਆ ਉਹਨੂੰ ਵੀ ਈਜ਼ੀ ਕਰ ਦਿੰਦੇ ਹੈਗੇ ਕਿ ਉਹਨੂੰ ਪੇਨਸ ਨਾ ਹੋਣ ਜ਼ਿਆਦਾ। ਹੋਮਿਓਪੈਥੀ ਬੜਾ ਵੱਡਾ ਰੋਲ ਅਦਾ ਕਰਦੀ ਹੈ। ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਪ੍ਰੈਫਰ ਕਰਨਾ ਚਾਹੀਦਾ? ਬੱਚਿਆਂ ਨੂੰ ਨਹੀਂ ਅਗਲਾ ਲੈ ਕੇ ਆਉਂਦਾ ਹੋਮਿਓਪੈਥੀ ਕੋਲੇ, ਡਰਦੇ ਆ ਬੱਚਿਆਂ ਨੂੰ। ਉਹ ਬੱਚਿਆਂ ਨੂੰ ਪਹਿਲਾਂ ਉਸ ਚੀਜ਼ਾਂ ਦੇ ਲਾ ਲੈਂਦੇ ਹੈਗੇ ਆ ਵਧੀਆ, ਮਤਲਬ ਜਿਹੜੀਆਂ ਮੈਡੀਸਨ ਸਟਰੋਂਗ ਹੈਗੀਆਂ, ਅਗਰ ਉਹ ਪਹਿਲਾਂ ਤੋਂ ਹੀ ਵਿਸ਼ਵਾਸ ਕਰਨ ਔਰ ਹੋਮਿਓਪੈਥੀ ਨੂੰ ਟਰਾਈ ਕਰਨ। ਜਿੱਦਾਂ ਤੁਹਾਡੇ ਨਾਲ ਕਈ ਪਰਿਵਾਰ ਆ ਜਿਹੜੇ ਜਿੱਦਾਂ ਤੁਸੀਂ ਤੀਜੀ ਪੀੜ੍ਹੀ ਆ ਗਈ ਔਰ ਉਹਨਾਂ ਨੂੰ ਕੋਈ ਗੱਲ ਹੋਣੀ ਆ, ਉਹਨਾਂ ਨੇ ਕਹਿਣਾ ਵੀ ਨਹੀਂ ਰਾਣੂ ਕੇ ਚੱਲੋ। ਨਹੀਂ, ਹੁਣ ਸਾਡੇ ਕੋਲ ਜਿਹੜੇ ਪੇਸ਼ੈਂਟਸ ਹੈ, ਸਾਡੇ ਪੁਰਾਣੇ ਪੇਸ਼ੈਂਟਸ ਤੇ ਮਤਲਬ ਪਰਮਾਨੈਂਟ ਪੇਸ਼ੈਂਟਸ ਹੈ, ਉਹ ਬੱਚਿਆਂ ਨੂੰ ਵੀ ਈਵਨ ਡਾਇਰੀਆ ਹੋਵੇ, ਫੀਵਰ ਹੋਵੇ, ਵੋਮਟਿੰਗਸ ਹੋਣ ਤਾਂ ਵੀ ਉਹ ਹੋਮਿਓਪੈਥੀ ਹੀ ਦਵਾਉਂਦੇ ਆ। ਪੇਟ ਦਰਦ ਹੋਵੇ ਈਵਨ ਤਾਂ ਵੀ ਉਹ ਹੋਮਿਓਪੈਥੀ ਪ੍ਰੈਫਰ ਕਰਦੇ ਆ। ਬੱਚਿਆਂ ਵਾਸਤੇ ਤਾਂ ਇੱਕ ਵਰਦਾਨ ਹੈ, ਇੱਕ ਤਾਂ ਲੈਣੀ ਸੌਖੀ ਹੈ, ਤਾਂ ਇੱਕ ਬੱਚੇ ਖੁਸ਼ੀ ਉਹ ਗੋਲੀਆਂ ਨੂੰ, ਮਿੱਠੀਆਂ ਗੋਲੀਆਂ ਨੂੰ ਸਮਝ ਕੇ ਮਿੱਠੀਆਂ ਤਾਂ ਉਹ ਲੈ ਲੈਂਦੇ ਆ। ਤਾਂ ਇਸ ਕਰਕੇ ਬੱਚਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ ਹੋਮਿਓਪੈਥੀ ਬੈਸਟ ਹੈ। ਬਾਕੀ ਕੈਂਸਰ ਦੇ ਪੇਸ਼ੈਂਟਸ, ਕੈਂਸਰ 'ਚ ਇੱਦਾਂ ਹੁੰਦਾ ਕੋਈ ਇੱਕ ਗਰੋਥ ਹੁੰਦੀ ਆ, ਟਿਊਮਰ ਹੁੰਦਾ, ਟਿਊਮਰ ਇੱਕ ਕੈਪਸੂਲ ਦੇ ਵਿੱਚ ਹੁੰਦਾ, ਤਾਂ ਉਹ ਜਦੋਂ ਤੱਕ ਆਪਾਂ ਉਹ ਟਿਊਮਰ ਨੂੰ ਨਹੀਂ ਛੇੜਦੇ, ਅਸੀਂ ਸਾਡੇ ਕੋਲ ਪੇਸ਼ੈਂਟ ਆਵੇ ਤਾਂ ਅਸੀਂ ਉਹਨੂੰ ਕਦੀ ਵੀ ਐਡਵਾਈਸ ਨਹੀਂ ਕੀਤਾ ਕਿ ਤੂੰ ਇਹਦਾ ਪੀਸ ਟੈਸਟ ਕਰਵਾ, ਕਿਉਂਕਿ ਜਦੋਂ ਪੀਸ ਟੈਸਟ ਕਰਵਾ ਲਿਆ ਤਾਂ ਉਹ ਜਿਹੜਾ ਉਹ ਬਾਹਰ ਨੂੰ ਪ੍ਰੋਲੀਫਰੇਟ ਕਰਨਾ ਸ਼ੁਰੂ ਕਰ ਦਿੰਦਾ, ਬਾਹਰ ਨੂੰ ਵਧਣਾ ਸ਼ੁਰੂ ਕਰ ਦਿੰਦਾ, ਸੈੱਲ ਮਲਟੀਪਲਾਈ ਕਰਨੇ ਸ਼ੁਰੂ ਕਰ ਦਿੰਦੇ ਆ। ਇਸ ਕਰਕੇ ਜਿਹੜਾ ਮਤਲਬ ਕੈਪਸੂਲ ਦੇ ਵਿੱਚ ਹੈ ਉਹ ਬਾਹਰ ਨੂੰ ਨਿਕਲ ਕੇ ਉਹ ਇੱਧਰ ਉੱਧਰ ਫੈਲਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਉਹਨੂੰ ਇੱਕ ਤਾਂ ਪੀਸ ਟੈਸਟ ਜਲਦੀ ਨਹੀਂ ਕਰਵਾਉਣਾ ਚਾਹੀਦਾ, ਜਦੋਂ ਲਾਸਟ ਸਟੇਜ ਹੋਵੇ ਫਿਰ ਹੀ ਮਤਲਬ ਸੋਚੋ ਇਹਦੇ ਬਾਰੇ, ਨਹੀਂ ਤਾਂ ਪੀਸ ਟੈਸਟ ਅਸੀਂ ਨਹੀਂ ਐਡਵਾਈਸ ਕਰਦੇ ਕਰਵਾਉਣ ਦੇ। ਬਾਕੀ ਜੇ ਆਪਾਂ ਫਸਟ ਸਟੇਜ ਦੇ ਵਿੱਚ ਹੀ ਹੋਮਿਓਪੈਥੀ ਨੂੰ ਪ੍ਰੈਫਰ ਕਰੀਏ ਤਾਂ ਬਹੁਤ ਵਧੀਆ ਰਿਜ਼ਲਟਸ ਹੈ, ਕੈਂਸਰ ਖਤਮ ਵੀ ਹੋ ਜਾਂਦਾ। ਤਾਂ ਸਾਡੇ ਕੋਲ ਹੁਣ ਪੇਸ਼ੈਂਟ ਹੈ, ਕਈ 3rd ਸਟੇਜ ਦੇ ਵੀ ਪੇਸ਼ੈਂਟ ਚੱਲ ਰਹੀ ਹੈ ਮੈਡੀਸਨ, ਪਰ ਮਤਲਬ ਉਹਨਾਂ ਨੂੰ ਅਸੀਂ ਸਿੰਪਟੋਮੈਟਿਕਲੀ ਟ੍ਰੀਟ ਕਰ ਰਹੇ ਹਾਂ, ਉਹਨਾਂ ਨੂੰ ਰਿਕਵਰ ਕਰ ਰਹੇ ਹਾਂ। ਬਾਕੀ ਉਹਨਾਂ ਦੇ ਜਿਹੜੇ ਪੇਨ ਹੈ ਤੇ ਟਿਊਮਰ ਦੀ ਗਰੋਥ ਹੈ ਉਹ ਘਟ ਜਾਂਦੀ ਹੈ ਤੇ ਉਹ ਠੀਕ ਵੀ ਹੋ ਰਹੇ ਆ ਤੇ ਆਪਣੇ ਆਪ ਨੂੰ ਠੀਕ ਫੀਲ ਵੀ ਕਰ ਰਹੇ ਆ ਤੇ ਉਹਨਾਂ ਦੀ ਪੇਨ ਵਗੈਰਾ ਜੋ ਵੀ ਉਹ ਮਹਿਸੂਸ ਕਰਦੇ ਸੀ ਉਹ ਠੀਕ ਚੱਲ ਰਹੀ ਹੈ। ਡਾਕਟਰ ਸਾਹਿਬ, ਯੂ ਆਰ ਐਨ ਇੰਸਟੀਟਿਊਸ਼ਨ, ਬੜੇ ਲੰਬੇ ਡਾਟੇ ਆ ਤੁਹਾਡੇ ਕੋਲੇ ਔਰ ਅੱਜ ਦਾ ਦਿਨ ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ ਜਿਹੜਾ ਸਾਨੂੰ ਸਮਾਂ ਦਿੱਤਾ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ।